Alright जी, so welcome back to another vlog. So आज this video 'ਚ ਅਸੀਂ ਗੱਲ ਕਰਨ ਜਾ ਰਹੇ ਹਾਂ the money mistakes you wanna avoid as a student in Canada. ਹੁਣ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਇਹ ਨਹੀਂ ਕਹਿਣ ਜਾ ਰਿਹਾ ਵੀ ਤੁਸੀਂ ਆ ਨਾ ਖਾਓ ਨਾ ਪੀਓ, that is completely your choice. ਬਟ ਇਸ ਵੀਡੀਓ ਦੇ ਵਿੱਚ I will be sharing some simple hacks ਜਿਹਨਾਂ ਨੂੰ ਕਿ ਤੁਸੀਂ ਆਪਣੀ ਡੇਲੀ ਲਾਈਫ ਦੇ ਵਿੱਚ ਯੂਜ਼ ਕਰਕੇ you can save a lot of money. So without wasting much time, let's start the video. So ਜੀ ਪਹਿਲਾ ਪੁਆਇੰਟ ਆਪਣਾ ਇੱਥੇ ਆਉਂਦਾ having the right credit card. ਹੁਣ I know ਜਦੋਂ ਆਪਾਂ ਸਾਰੇ ਜਣੇ ਇੱਥੇ ਆਉਂਦੇ ਹਾਂ ਆਪਾਂ ਆਲਰੇਡੀ ਇੱਕ GSC ਅਕਾਊਂਟ ਖੁਲਾ ਕੇ ਆਏ ਹੁੰਦੇ ਆ ਐਂਡ ਉਹੀ ਬੈਂਕ ਸਾਨੂੰ ਕ੍ਰੈਡਿਟ ਕਾਰਡ ਇਸ਼ੂ ਕਰ ਦਿੰਦਾ ਵਾ, ਬਟ ਮੋਸਟ ਲਾਈਕਲੀ ਤੁਹਾਡਾ ਬੈਂਕ ਹੋਣ ਵਾਲਾ ਵਾ ਸਕੋਸ਼ੀਆ ਬੈਂਕ ਐਂਡ ਉਹਨਾਂ ਨੇ ਤੁਹਾਨੂੰ ਜਿਹੜਾ ਕਾਰਡ ਆਫਰ ਕਰਨਾ ਉਹ ਤੁਹਾਨੂੰ ਆਫਰ ਕਰਦਾ ਕੁਝ ਰਿਵਾਰਡਸ ਪੁਆਇੰਟਸ ਜਿਹੜੇ ਕਿ ਤੁਸੀਂ ਮੂਵੀਜ਼ ਵਗੈਰਾ ਵਿੱਚ यूज़ कर सकते हो। बेसिकली यू विल गेट फ्री मूवीज़ फॉर यूजिंग दैट क्रेडिट कार्ड ऑन योर डेली ट्रांजैक्शंस। ਹੁਣ ਅਗਰ ਤੁਹਾਡਾ ਸਕੋਸ਼ੀਆ ਬੈਂਕ ਨਹੀਂ ਹੈ ਕੋਈ ਹੋਰ ਬੈਂਕ ਹੋਊਗਾ ਵੀ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਦੇ ਰਿਵਾਰਡ ਪੁਆਇੰਟਸ ਦੇ ਰਿਹਾ ਹੋਊਗਾ ਐਂਡ ਉਹ ਤੁਹਾਨੂੰ ਕਹੂਗਾ ਵੀ ਹੋ ਸਕਦਾ ਤੁਹਾਨੂੰ ਫ੍ਰੀ ਡਾਈਨ ਇਨ ਮਿਲ ਜਾਏ ਕਿਤੇ ਜਾਂ ਫਿਰ ਫ੍ਰੀ ਸ਼ਾਪਿੰਗ ਜਾਂ ਕੁਛ ਨਾ ਕੁਛ ਇਨਸੈਂਟਿਵ ਕਿਸੇ ਤਰੀਕੇ ਦੇ ਦੇਣਗੇ। ਬਟ ਕਿਆ ਤੁਹਾਡੇ ਲਈ ਉਹ ਫ੍ਰੀ ਸ਼ਾਪਿੰਗ ਜਾਂ ਫਿਰ ਕਹਿ ਲਵਾਂ ਮੈਂ ਫ੍ਰੀ ਡਾਈਨ ਇਨ ਜਾਂ ਫ੍ਰੀ ਮੂਵੀਜ਼ ਇੰਪੋਰਟੈਂਟ ਹੈ ਜਾਂ ਫਿਰ ਤੁਹਾਡੀ ਕਾਲਜ ਦੀ ਫੀਸ ਪੇ ਕਰਨੀ। ਹੁਣ ਸਟੂਡੈਂਟ ਬੰਦੇ ਲਈ ਤਾਂ ਕਾਲਜ ਦੀ ਫੀਸ ਪੇ ਕਰਨੀ ਜ਼ਰੂਰੀ ਹੁੰਦੀ ਹੈ, ਰਾਈਟ। ਸੋ ਉਸ ਸਿਨੈਰੀਓ ਦੇ ਵਿੱਚ ਮੈਂ ਤੁਹਾਨੂੰ ਕਹਾਂਗਾ ਵੀ ਤੁਸੀਂ ਉਹ ਵਾਲਾ ਕਾਰਡ ਨਾ ਯੂਜ਼ ਕਰੋ। ਯੂ ਕੈਨ ਗੈਟ ਲਾਈਕ ਕੈਸ਼ਬੈਕ ਕ੍ਰੈਡਿਟ ਕਾਰਡ ਜਿਹੜੇ ਕਿ ਤੁਹਾਨੂੰ ਇੱਥੇ ਮਿਲ ਜਾਂਦੇ ਐਂਡ ਮੈਂ ਪਰਸਨਲੀ ਇੱਕ ਰੀਸੈਂਟਲੀ ਲਿੱਤਾ ਵਾ ਟੈਂਜਰੀਨ ਦਾ ਵਰਲਡ ਮਾਸਟਰ ਕਾਰਡ ਇੱਦਾਂ ਕੁਛ ਕਰਕੇ ਆ ਅਤੇ ਇਟਸ ਨਾਟ ਸਪੋਂਸਰਡ ਬਾਏ ਟੈਂਜਰੀਨ ਬਟ ਉਹ ਮੈਨੂੰ ਵਧੀਆ ਲੱਗਿਆ ਕਿਉਂਕਿ ਉਹਦੇ ਵਿੱਚ ਤੁਹਾਨੂੰ 2% ਕੈਸ਼ਬੈਕ ਮਿਲਦਾ ਅਪ ਟੂ 3 ਕੈਟੇਗਰੀਜ਼। ਸੋ ਹੁਣ ਮੇਰੀ ਲਾਈਫ ਦੇ ਵਿੱਚ ਤਾਂ ਬਈ ਮੈਂ ਕੈਟੇਗਰੀਜ਼ ਚੂਜ਼ ਕੀਤੀਆਂ ਫਿਊਲ, ਠੀਕ ਹੈ, ਉਸ ਤੋਂ ਬਾਅਦ ਰੈਸਟੋਰੈਂਟਸ ਅਤੇ ਉਸ ਤੋਂ ਬਾਅਦ ਗਰੋਸਰੀ। ਬਟ ਸਟੂਡੈਂਟ ਬੰਦੇ ਦੇ ਹਿਸਾਬ ਦੇ ਨਾਲ ਜਿੱਦਾਂ ਦੇ ਉਹਨਾਂ ਦੇ ਜਿਹੜੀ ਚੀਜ਼ਾਂ ਜ਼ਿਆਦਾ ਖਰਚੇ ਹੁੰਦੇ ਆ ਉਹ ਆਪਣੇ ਉੱਥੇ ਯੂਜ਼ ਕਰ ਸਕਦੇ ਨੇ। ਦੇ ਵਿਲ ਗੈਟ 2% ਕੈਸ਼ਬੈਕ ਵਿਚ ਇਜ਼ ਬੈਟਰ ਦੈਨ ਦੋਜ਼ ਪੁਆਇੰਟਸ ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ ਕਿਉਂਕਿ ਪੁਆਇੰਟਸ ਦਾ ਮੈਂ ਹਿਸਾਬ ਕਿਤਾਬ ਲਗਾਇਆ ਸੀ ਉਹਦੀ ਜਿਹੜੀ ਕੈਲਕੂਲੇਸ਼ਨ ਕਰਕੇ ਬਣਦੇ ਆ ਨਾ ਕਿ ਤੁਹਾਨੂੰ ਕਿੰਨਾ % ਮਿਲਦਾ ਵਾਪਸ। ਸੋ ਅਗਰ ਤੁਸੀਂ $1000 ਖਰਚਦੇ ਹੋ ਅਤੇ $10 ਦੇ ਤੁਹਾਨੂੰ ਪੁਆਇੰਟਸ ਮਿਲਦੇ $10 ਵਰਥ ਦੇ ਪੁਆਇੰਟ ਐਂਡ ਜਦੋਂ ਤੁਸੀਂ ਉਹਨੂੰ ਐਕਚੁਅਲੀ ਵਿੱਚ ਰਿਡੀਮ ਕਰਨ ਜਾਂਦੇ ਹੋ ਉਹਦੀ ਜਿਹੜੀ ਵੈਲਿਊ ਰਹਿ ਜਾਂਦੀ $7.5 ਦੇ ਆਸ-ਪਾਸ, ਯਾਨੀ ਕਿ ਤੁਹਾਨੂੰ 1% ਵੀ ਨਹੀਂ 0.75% ਜਿਹੜਾ ਫਾਇਦਾ ਮਿਲਦਾ ਵਾ ਕ੍ਰੈਡਿਟ ਕਾਰਡ ਯੂਜ਼ ਕਰਨ ਦਾ। ਬਟ ਅਗਰ ਇਹੀ ਤੁਸੀਂ ਕੋਈ ਕੈਸ਼ਬੈਕ ਵਾਲਾ ਲੈ ਲਓਗੇ ਤਾਂ ਤੁਹਾਨੂੰ 1% 2% ਕੈਸ਼ਬੈਕ ਬੜੇ ਆਰਾਮ ਨਾਲ ਮਿਲ ਜਾਂਦਾ। ਸੋ ਸੈਕਿੰਡ ਪੁਆਇੰਟ ਔਨ ਮਾਈ ਲਿਸਟ ਵੁੱਡ ਬੀ ਟੂ ਮੇਕ ਐਨ ਐਕਸਪੈਂਸ ਰਿਪੋਰਟ ਐਵਰੀ ਮੰਥ। ਹੁਣ ਮੈਂ ਤੁਹਾਨੂੰ ਇਹ ਨਹੀਂ ਕਹਿਣਾ ਵੀ ਤੁਸੀਂ ਬਾਹਰ ਕਾਫੀ ਨਾ ਪੀਓ, ਆ ਨਾ ਕਰੋ, ਉਹ ਨਾ ਕਰੋ, ਤੁਹਾਡੀ ਚੋਇਸ ਆ, ਬਟ ਮਹੀਨੇ ਦੇ ਐਂਡ 'ਤੇ ਆਪਣਾ ਬੈਂਕ ਅਕਾਊਂਟ ਖੋਲੋ, ਸਟੇਟਮੈਂਟ ਕੱਢੋ ਐਂਡ ਕੈਟੇਗਰਾਈਜ਼ ਕਰ ਲਓ ਵੀ ਤੁਸੀਂ ਕਿਹੜੀ ਕੈਟੇਗਰੀ ਦੇ ਵਿੱਚ, ਫੋਰ ਐਗਜ਼ਾਮਪਲ ਬਾਹਰ ਖਾਣ ਦੇ ਵਿੱਚ ਜਾਂ ਫਿਰ ਟਰੈਵਲ ਦੇ ਵਿੱਚ ਜਾਂ ਫਿਰ ਮਿਸਲੇਨੀਅਸ ਖਰਚਿਆਂ ਦੇ ਵਿੱਚ ਇੱਦਾਂ ਕਿਹੜੀ ਕੈਟੇਗਰੀ 'ਚ ਕਿੰਨੇ ਪੈਸੇ ਟੋਟਲ ਖਰਚ ਦਿੱਤੇ ਆ ਮਹੀਨੇ ਦੇ ਐਂਡ ਉਹਦੇ ਨਾਲ ਤੁਹਾਨੂੰ ਪਤਾ ਲੱਗੂਗਾ ਵੀ ਸ਼ਾਇਦ ਤੁਸੀਂ ਜਿੰਨਾ ਖਰਚਣਾ ਚਾਹੁੰਦੇ ਹੋ ਉਹਦੇ ਨਾਲੋਂ ਜ਼ਿਆਦਾ ਖਰਚ ਰਹੇ ਹੋ ਜਾਣੇ ਦੇ ਵਿੱਚ ਐਂਡ ਉਹ ਚੀਜ਼ ਤੁਹਾਨੂੰ ਡੈਫੀਨੇਟਲੀ ਮਦਦ ਕਰੂਗੀ। ਐਂਡ ਪਹਿਲੇ 3-4 ਸਾਲ ਕੈਨੇਡਾ ਦੇ ਵਿੱਚ ਤਾਂ ਮੈਂ ਵੀ ਨਹੀਂ ਇਹ ਚੀਜ਼ਾਂ ਕਰਕੇ ਦੇਖੀਆਂ, ਮੈਂ ਵੀ ਕੁਝ YouTube 'ਤੇ ਵੀਡੀਓਜ਼ ਦੇਖਦਾ ਹੁੰਦਾ ਸੀਗਾ ਐਂਡ ਉਸ ਤੋਂ ਬਾਅਦ ਮੈਨੂੰ ਵੀ ਇੱਦਾਂ ਆਈਡੀਆ ਆਇਆ ਵੀ ਮੈਂ ਇੱਦਾਂ ਕਰਕੇ ਦੇਖਦਾ ਐਂਡ ਜਦੋਂ ਮੈਂ ਚੈੱਕ ਕਰਿਆ ਮੈਂ ਸ਼ੌਕ ਹੋ ਗਿਆ ਵੀ ਮੈਂ ਮਹੀਨੇ ਦਾ ਇੰਨਾ ਪੈਸਾ ਖਰਚ ਰਿਹਾ ਬਾਹਰ ਖਾਣ 'ਤੇ ਜਾਂ ਇੰਨਾ ਪੈਸਾ ਖਰਚ ਰਿਹਾ ਫਿਊਲ 'ਤੇ ਜਾਂ ਇਹਦੇ 'ਤੇ। ਸੋ ਇਸ ਕਰਕੇ ਫਿਰ ਮੈਂ ਵੀ ਉਹਦੇ ਸਾਹਮਣੇ ਡਿਸੀਜਨ ਲੈਣੇ ਸ਼ੁਰੂ ਕੀਤੇ ਕਿਉਂਕਿ ਜਾਣੇ 'ਚ ਆਪਣੇ ਨੂੰ ਡੇਲੀ ਪਤਾ ਨਹੀਂ ਲੱਗਦਾ $20 ਕਰਕੇ ਕਿੰਨੇ ਖਰਚ ਹੋ ਜਾਂਦੇ। ਬਟ ਅਗਰ ਐਕਸਪੈਂਸ ਰਿਪੋਰਟ ਬਣਾਓਗੇ ਤੁਹਾਡਾ ਬਹੁਤ ਫਾਇਦਾ ਰਹੇਗਾ। ਐਂਡ ਜੀ ਅਗਲਾ ਪੁਆਇੰਟ ਮੇਰੀ ਲਿਸਟ 'ਤੇ ਹੈਗਾ ਵਾ ਟੂ ਮੇਕ ਸ਼ੋਰ ਦੈਟ ਯੂ ਆਰ ਵਰਕਿੰਗ 20 ਆਵਰਸ ਅ ਵੀਕ। ਹੁਣ ਮੈਨੂੰ ਪਤਾ ਵਾ ਵੀ ਆਪਾਂ ਜਦੋਂ ਸਟੂਡੈਂਟ ਆਉਂਦੇ ਆ ਪਾਰਟ ਟਾਈਮ ਜੋਬਸ ਕਈ ਵਾਰ 6 ਆਵਰਸ 8 ਆਵਰਸ ਇੱਦਾਂ ਦੀ ਸ਼ਿਫਟ ਮਿਲਦੀ ਆ, 20 ਆਵਰਸ ਨਹੀਂ ਵੀ ਕੰਪਲੀਟ ਹੋ ਪਾਉਂਦੇ। ਬਟ ਤੁਹਾਨੂੰ ਸੋਚਣ ਦੀ ਇੱਥੇ ਜ਼ਰੂਰਤ ਆ ਅਗਰ ਤੁਸੀਂ 8-8 ਘੰਟੇ ਦੀ 2 ਸ਼ਿਫਟਾਂ ਲਗਾਈਆਂ 16 ਆਵਰਸ ਹੋਏ ਤੁਸੀਂ ਹੋਗੇ ਵਿਹਲੇ, ਤੁਸੀਂ ਹਫਤੇ ਦੇ ਲੂਜ਼ ਕਰ ਰਹੇ ਹੋ 4 ਆਵਰਸ ਵਿਚ ਇਜ਼ ਅਪਰੋਕਸੀਮੇਟਲੀ $60, ਠੀਕ ਹੈ ਜੀ, ਅਤੇ ਮਹੀਨੇ ਦੇ ਬਣਦੇ ਆ $240 ਅਤੇ ਸਾਲ ਦੇ ਤਾਂ $2500 ਕ੍ਰੋਸ ਕਰ ਗਏ। ਹੁਣ ਤੁਸੀਂ ਇੰਨੇ ਪੈਸੇ ਲੂਜ਼ ਕਰ ਰਹੇ ਹੋ ਜਸਟ ਬਿਕੋਜ਼ ਤੁਸੀਂ 2 8-8 ਘੰਟੇ ਦੀ ਸ਼ਿਫਟ ਲਗਾਈ ਹੈ ਐਂਡ ਤੀਜੀ ਤੁਸੀਂ ਲਗਾਉਣੋਂ ਡਰ ਰਹੇ ਆ ਕਿ ਮੈਨੂੰ ਇਮੀਗ੍ਰੇਸ਼ਨ 'ਚ ਪ੍ਰੋਬਲਮ ਨਾ ਆ ਜਾਏ ਕੱਲ੍ਹ ਨੂੰ PR ਵਗੈਰਾ ਹੋਣ ਦੇ, ਜੋ ਕਿ ਲੈਜਿਟ ਆ, ਇਹ ਕੰਸਰਨ ਹੋਣਾ ਚਾਹੀਦਾ। ਬਟ 20 ਘੰਟੇ ਪੂਰੇ ਕਰਨ ਦੀ ਪੂਰੀ ਕੋਸ਼ਿਸ਼ ਕਰੋ ਐਂਡ ਜਦੋਂ ਵੀ ਤੁਹਾਨੂੰ ਇੱਦਾਂ ਲੱਗੇ ਨਾ ਵੀ ਛੋਟੇ-ਮੋਟੇ ਅਮਾਊਂਟ ਡਜ਼ ਨਾਟ ਰੀਅਲੀ ਮੈਟਰ, ਉਸ ਵੇਲੇ ਕੋਸ਼ਿਸ਼ ਕਰਕੇ ਦੇਖਿਆ ਕਰੋ ਵੀ ਇਹ ਇੱਕ ਅਮਾਊਂਟ, ਠੀਕ ਹੈ, ਜਿੱਦਾਂ 1 ਹਫ਼ਤੇ ਦੀ ਫਿਰ 1 ਮਹੀਨੇ ਦੀ ਫਿਰ 1 ਸਾਲ ਦੀ ਕਿੰਨਾ ਵੱਡਾ ਇੰਪੈਕਟ ਪਾਏਗੀ। ਅਗਰ ਤੁਹਾਨੂੰ ਤਾਂ ਵੀ ਅਮਾਊਂਟ ਵੱਡੀ ਨਾ ਲੱਗੇ ਉਹਨੂੰ ਕੰਪੇਅਰ ਕਰਕੇ ਦੇਖ ਲਿਆ ਕਰੋ ਵੀ ਅਗਰ ਅੱਜ ਮੇਰੇ ਕੋਲ ਇਹ ਪੈਸੇ ਹੁੰਦੇ ਤਾਂ ਮੈਂ ਕਿੱਥੇ ਯੂਜ਼ ਕਰ ਸਕਦਾ ਸੀਗਾ। ਸੋ ਉਹਦੇ ਨਾਲ ਤੁਹਾਨੂੰ ਪੈਸੇ ਦੀ ਵੈਲਿਊ ਪਤਾ ਲੱਗਦੀ ਆ ਐਂਡ ਅਦਰ ਦੈਨ ਦੈਟ ਅਗਰ ਤੁਹਾਨੂੰ ਲੱਗਦਾ ਵੀ ਤੁਹਾਡੀ ਜੋਬ ਦੇ ਵਿੱਚ ਇੱਦਾਂ 20 ਆਵਰਸ ਕੰਪਲੀਟ ਕਰਨੇ ਔਖੇ ਹੁੰਦੇ ਆ, ਮੈਂ ਤੁਹਾਨੂੰ ਇਹ ਸੁਜੈਸਟ ਕਰੂੰਗਾ ਵੀ ਸਿਕਿਉਰਿਟੀ ਲਾਇਸੈਂਸ ਬਣਾ ਲਓ। ਪੂਰੇ ਕੈਨੇਡਾ ਦੇ ਵਿੱਚ ਕੰਮ ਮਿਲਦਾ ਅਤੇ ਮੈਂ ਵੀ ਸਟੂਡੈਂਟ ਰਹਿੰਦੇ ਸਿਕਿਉਰਿਟੀ ਕੰਪਨੀ 'ਚ ਕੰਮ ਕੀਤਾ ਸੀ। ਇੱਕ ਤਾਂ 20 ਆਵਰਸ ਕੋਈ ਪ੍ਰੋਬਲਮ ਨਹੀਂ, ਬੜੇ ਆਰਾਮ ਨਾਲ ਪੂਰੇ ਹੁੰਦੇ ਆ, ਤੁਹਾਡਾ ਬ੍ਰੇਕ ਆਉਂਦਾ 40 ਆਵਰਸ ਵਗੈਰਾ ਜੋ ਵੀ ਆ, ਕੰਮ ਦੀ ਕੋਈ ਪ੍ਰੋਬਲਮ ਨਹੀਂ। ਉਸ ਤੋਂ ਬਾਅਦ ਬੰਦਾ ਪੂਰੀ ਰਾਤ ਬੈਠ ਕੇ ਜਾਂ ਦਿਨੇ ਜਿੱਦਾਂ ਵੀ ਕੰਮ ਕਰਨਾ ਬੰਦਾ ਪੂਰੀ ਚਿੱਲ ਕਰਦਾ, ਪੜ੍ਹਾਈ ਦਾ ਮੌਕਾ ਵੀ ਮਿਲ ਜਾਂਦਾ, ਘਰੇ ਗੱਲਬਾਤ ਕਰਨ ਦਾ ਮੌਕਾ ਵੀ ਮਿਲ ਜਾਂਦਾ। ਐਂਡ ਅਗਰ ਤੁਸੀਂ ਲਾਇਸੈਂਸ ਬਣਾਉਣ 'ਚ ਇੰਟਰਸਟਿਡ ਹੋ ਤੁਹਾਨੂੰ ਲਿੰਕ ਥੱਲੇ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ, ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਹੁਣ ਅਗਲਾ ਪੁਆਇੰਟ ਮੇਰਾ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਇੰਟਰਸਟਿੰਗ ਐਂਡ ਇੰਪੋਰਟੈਂਟ ਵੀ ਆ, ਉਹ ਹੈਗਾ ਵੀ ਡੂ ਨਾਟ ਬਾਏ ਕਾਰ ਵੈਨ ਯੂ ਆਰ ਇਨ ਸਟੂਡੈਂਟ ਵੀਜ਼ਾ। ਹੁਣ ਆਈ ਨੋ ਲੋਟ ਆਫ ਪੀਪਲ ਬਾਏ ਕਾਰ ਫॉर ਸੈਵਰਲ ਰੀਜ਼ਨਸ, ਠੀਕ ਹੈ ਜੀ। ਕਈ ਕਹਿੰਦੇ ਵੀ ਮੈਨੂੰ ਟਰੈਵਲਿੰਗ ਟਾਈਮ ਬਹੁਤ ਲੱਗਦਾ, ਕਈ ਕਹਿੰਦੇ ਵੀ ਬੱਸਾਂ 'ਚ ਟਰੈਵਲ ਕਰਨਾ ਇਨਕਨਵੀਨੀਅੰਸ ਬਹੁਤ ਆ, ਕਈਆਂ ਨੂੰ ਠੰਡ ਬਹੁਤ ਲੱਗਦੀ, ਕਈਆਂ ਨੂੰ ਗਰਮੀ ਬਹੁਤ ਲੱਗਦੀ। ਬਟ ਟਰਸਟ ਮੀ ਬਾਇੰਗ ਏ ਕਾਰ ਔਨ ਏ ਸਟੂਡੈਂਟ, ਠੀਕ ਹੈ, ਸਟੇਟਸ ਵਰਸਟ ਡਿਸੀਜਨ ਜਿਹੜਾ ਤੁਸੀਂ ਆਪਣੇ ਲਈ ਲੈ ਸਕਦੇ ਹੋ।
ਤੇ ਇਹਦਾ ਨੁਕਸਾਨ ਵੀ ਤੁਹਾਨੂੰ ਦੱਸ ਦਿੰਦਾ। ਹੁਣ ਸਮ ਪੀਪਲ ਥਿੰਕ ਕਿ ਹੈ ਨਾ ਆਪਾਂ ਊਬਰ ਚਲਾ ਲਾਂਗੇ ਇੱਦਾਂ ਹੋ ਜਾਊਗਾ, ਪੈਸੇ ਬਹੁਤ ਬਣ ਜਾਣਗੇ, ਕੋਈ ਆਵਰ ਦਾ ਹਿਸਾਬ ਨਹੀਂ, ਆੜੋ ਨੂੰ ਆਵਰ ਦਾ ਹਿਸਾਬ ਹੈ ਕਿ ਨਹੀਂ, ਉਹ ਮੇਰੇ ਦਿਮਾਗ 'ਚ ਇਸ ਵੇਲੇ ਨਹੀਂ ਹੈ ਸਪੈਸੀਫਿਕਲੀ। ਬਟ ਮੈਂ ਤੁਹਾਨੂੰ ਇੰਨਾ ਦੱਸ ਦਵਾਂ ਵੀ ਜਿਸ ਦਿਨ ਤੁਸੀਂ ਗੱਡੀ ਫਾਈਨੈਂਸ ਕਰਕੇ ਲੈ ਕੇ ਆਂਦੀ, ਕਿਸੇ ਵੀ ਪ੍ਰੋਵਿੰਸ 'ਚ ਕਿਸੇ ਵੀ ਸਟੇਟ 'ਚ ਤੁਸੀਂ ਕਿੰਨੇ ਤਗੜੇ ਡਰਾਈਵਰ ਕਿਉਂ ਨਾ ਹੋ, ਤੁਹਾਡਾ ਮਹੀਨੇ ਦਾ $1000 ਦਾ ਖਰਚਾ ਇੰਸ਼ੋਰੈਂਸ, EMI, ਫਿਊਲ ਸਭ ਕੁਝ ਪਾ ਕੇ ਬਣਨਾ ਹੀ ਹੈ। ਡਸ ਨਾਟ ਮੈਟਰ ਤੁਸੀਂ ਕਿੱਥੇ ਰਹਿ ਰਹੇ ਹੋ ਜਾਂ ਕਿਹੜੀ ਗੱਡੀ ਲੈ ਕੇ ਆ ਰਹੇ ਹੋ, ਕੀ ਇੰਸ਼ੋਰੈਂਸ ਪੈ ਰਹੀ ਕੀ ਨਹੀਂ ਪੈ ਰਹੀ, ਬਟ $1000 ਦਾ ਖਰਚਾ ਆ ਜਾਣਾ। ਐਂਡ ਸਟੂਡੈਂਟ ਬੰਦਾ ਮਹੀਨੇ 'ਚ ਕੰਮ ਕਰਕੇ 1000-1200 ਹੀ ਤਾਂ ਕਮਾਉਂਦਾ ਵਾ। ਸੋ ਅਗਰ ਤੁਸੀਂ 1000 ਪਹਿਲੇ ਗੱਡੀ ਦਾ ਖਰਚਾ ਬੰਨ ਲਿਆ, ਉਸ ਤੋਂ ਬਾਅਦ ਤੁਹਾਡੇ ਜਿਹੜੇ ਰੈਗੂਲਰ ਐਕਸਪੈਂਸਿਸ ਹੁੰਦੇ ਮੰਥਲੀ ਉਹ, ਤਾਂ ਫਿਰ ਤੁਸੀਂ ਦੇਖ ਲਓ ਮੇਰੇ ਵੀਰ ਫੀਸਾਂ ਕਿੱਥੋਂ ਪੇ ਕਰਨੀਆਂ। ਤੁਸੀਂ ਗੱਡੀ ਬਿਲਕੁਲ ਨਾ ਖਰੀਦੋ। ਆਈ ਨੋ ਇਟ ਵਿਲ ਬੀ ਅ ਲੋਟ ਆਫ ਇਨਕਨਵੀਨੀਅੰਸ, ਠੀਕ ਹੈ, ਬੱਸਾਂ ਦੇ ਵਿੱਚ ਟਰੈਵਲ ਕਰਨਾ, ਬਟ ਸਟੂਡੈਂਟ ਟਾਈਮ ਦੇ ਦੌਰਾਨ ਇਹ ਕਰ ਲਓ। ਉਸ ਤੋਂ ਬਾਅਦ ਤੁਸੀਂ ਜਿਹੜੀ ਮਰਜ਼ੀ ਗੱਡੀ ਲੈ ਕੇ ਆਓ, ਕੋਈ ਪ੍ਰੋਬਲਮ ਨਹੀਂ ਹੈ। ਹਾਂ, ਮੈਂ ਰੈਕਮੈਂਡ ਨਹੀਂ ਕਰਦਾ ਜਿਹੜੀ ਮਰਜ਼ੀ ਲੈ ਕੇ ਆਓ, ਬਟ ਉਸ ਤੋਂ ਬਾਅਦ ਐਟਲੀਸਟ ਤੁਹਾਡੇ ਲਈ ਉਹ ਸਿਰ 'ਤੇ ਇੱਦਾਂ ਜਿੱਦਾਂ ਹੁੰਦਾ ਨਹੀਂ ਹੈ ਵੀ ਤੁਹਾਡੇ ਗੱਲ ਦੇ ਵਿੱਚ ਇਹਨੇ ਘੰਟੀ ਬੰਨ੍ਹ ਦਿੱਤੀ, ਉਹ ਕੰਮ ਨਹੀਂ ਹੋਏਗਾ। ਤੁਸੀਂ ਬੜੇ ਆਰਾਮ ਨਾਲ ਆਪਣੇ ਸੋਚ ਸਮਝ ਕੇ ਡਿਸੀਜਨ ਲੈ ਪਾਓਗੇ ਤੁਹਾਡੀ ਜ਼ਰੂਰਤ ਦੇ ਹਿਸਾਬ ਨਾਲ, ਬਟ ਸਟੂਡੈਂਟ ਟਾਈਮ 'ਤੇ ਬਿਲਕੁਲ ਨਾ ਕਰੋ ਇੱਦਾਂ। ਐਂਡ ਲਾਸਟਲੀ ਮੈਂ ਤੁਹਾਨੂੰ ਇਹੀ ਸਲਾਹ ਦੇਣਾ ਚਾਹੂੰਗਾ ਵੀ ਫੋਕਸ ਔਨ ਯੂਰ ਸਟੱਡੀਜ਼। ਆਈ ਨੋ ਜਦੋਂ ਤੁਸੀਂ ਨਵੀਂ ਕੰਟਰੀ ਦੇ ਵਿੱਚ ਆਉਂਦੇ ਹੋ ਬਹੁਤ ਤਰੀਕੇ ਦੀਆਂ ਡਿਸਟਰੈਕਸ਼ਨਸ ਹੁੰਦੀਆਂ, ਤੁਹਾਨੂੰ ਲੱਗਦਾ ਵੀ ਆਹ ਦੇਖ ਲਈਏ, ਉਹ ਦੇਖ ਲਈਏ, ਆਹ ਖਾ ਪੀ ਲਈਏ, ਇੱਥੇ ਘੁੰਮ ਫਿਰ ਲਈਏ, ਆਹ ਕਰ ਲਈਏ, ਹੈ ਨਾ। ਪੜ੍ਹਾਈ ਸੌਖੀ ਹੁੰਦੀ ਆ, ਬਟ ਅ ਲੋਟ ਆਫ ਪੀਪਲ ਮਾਈਟ ਗੈਟ ਡਿਸਟਰੈਕਟਡ, ਜਾਂ ਫਿਰ ਤੁਸੀਂ ਕੰਮ ਕਰ ਜ਼ਿਆਦਾ ਕਰਨ ਲੱਗ ਜਾਓ, ਤੁਹਾਨੂੰ ਲੱਗੇ ਵੀ ਪੈਸੇ ਇਕੱਠੇ ਕਰਨੇ ਜ਼ਿਆਦਾ ਜ਼ਰੂਰੀ ਆ। ਬਟ ਮੈਂ ਤੁਹਾਨੂੰ ਦੱਸ ਦਵਾਂ ਵੀ ਪੜ੍ਹਾਈ 'ਤੇ ਫੋਕਸ ਬਿਲਕੁਲ ਨਾ ਛੱਡੋ, ਇਸ ਕਰਕੇ ਕਿਉਂਕਿ ਜਦੋਂ ਆਪਾਂ ਇੱਥੇ ਆਉਂਦੇ ਹਾਂ ਮੋਸਟ ਲਾਈਕਲੀ ਤੁਹਾਡਾ 2 ਸਾਲ ਦਾ ਪ੍ਰੋਗਰਾਮ ਹੋਏਗਾ ਜਿਹਦੇ ਵਿੱਚ ਹੋਣਗੇ 4 ਸਮੈਸਟਰ, ਤੇ ਇੱਕ ਸਮੈਸਟਰ ਦੇ ਵਿੱਚ ਅਬਾਊਟ 6 ਤੋਂ 8 ਸਬਜੈਕਟ ਹੁੰਦੇ ਆ, ਤੇ ਤੁਹਾਡੇ 4 ਸਮੈਸਟਰ ਦੇ ਮਿਨੀਮਮ 25 ਤੋਂ 30 ਸਬਜੈਕਟਸ ਬਣ ਜਾਂਦੇ ਆ। ਹੁਣ ਅਗਰ ਇੱਕ ਵੀ ਸਬਜੈਕਟ ਦੇ ਵਿੱਚੋਂ 1% ਤੋਂ ਤੁਸੀਂ ਹੋਏ ਫੇਲ, ਤੇ ਤੁਹਾਡੀ ਜਿਹੜੀ ਸਪਲੀ ਉਹ ਬਣਨੀ $1500 ਤੋਂ $2000 ਦੀ, ਪਲੱਸ ਤੁਹਾਨੂੰ ਸਟੱਡੀ ਪਰਮਿਟ ਐਕਸਟੈਂਡ ਕਰਾਉਣਾ ਪੈਣਾ, ਫਿਰ ਅੱਗੇ ਬਹੁਤ ਚੱਕਰ ਰਹਿੰਦੇ ਵਰਕ ਪਰਮਿਟ ਤੇ PR ਦੇ ਵਿੱਚ। ਸੋ ਇਹ ਤੁਸੀਂ ਬਿਲਕੁਲ ਹੀ ਆਪਣੀ ਗਲਤੀ ਨਾ ਕਰੋ, ਠੀਕ ਹੈ ਜੀ। ਆਪਣੇ ਪੜ੍ਹਾਈ ਦੇ ਟਾਈਮ 'ਤੇ ਪੜ੍ਹਾਈ 'ਤੇ ਫੋਕਸ ਕਰੋ, ਇੰਨਾ ਜ਼ਰੂਰ ਕਰ ਲਓ ਵੀ ਤੁਸੀਂ ਪਾਸ ਹੋ ਜਾਓ। ਉਸ ਤੋਂ ਬਾਅਦ ਅੱਗੇ ਤੁਸੀਂ ਜੌਬ ਨਹੀਂ ਵੀ ਕਰਨੀ ਤਾਂ ਫਿਰ ਇੰਨੀ ਨਾ ਪੜ੍ਹਾਈ ਕਰੋ ਵੀ ਤੁਹਾਡੇ ਇੰਨੇ ਨੰਬਰ ਆ, ਤੁਹਾਨੂੰ ਕਲਾਸ 'ਚ ਰੈਪੂਟੇਸ਼ਨ ਬਣਾਉਣੀ ਆ, ਟੀਚਰਸ ਨਾਲ ਵਧੀਆ ਲਿੰਕ ਬਣਾਉਣਾ, ਉਹ ਸਭ ਤੁਸੀਂ ਨਹੀਂ ਵੀ ਕਰਨਾ ਚਾਹੁੰਦੇ ਨਾ ਕਰੋ, ਬਟ ਪਾਸ ਹੋਣ ਤੇ ਤੁਹਾਡੇ ਲਾਲੇ ਬਿਲਕੁਲ ਨਾ ਪੈਣ, ਉਹ ਚੀਜ਼ ਦਾ ਧਿਆਨ ਜ਼ਰੂਰ ਰੱਖੋ। ਸੋ ਜੀ ਬਸ ਮੇਰੀ ਇਹ ਇੱਕ ਵੀਡੀਓ ਸੀ, ਅਗਰ ਤੁਹਾਨੂੰ ਚੰਗੀ ਲੱਗੀ ਹੋਵੇ ਕਰ ਦਿਓ ਲਾਈਕ, ਸ਼ੇਅਰ, ਸਬਸਕ੍ਰਾਈਬ ਜਿਵੇਂ ਤੁਹਾਡਾ ਦਿਲ ਕਰੇ, ਐਂਡ ਮਿਲਦੇ ਆਪਾਂ ਅਗਲੀ ਕਿਸੇ ਵੀਡੀਓ 'ਚ। ਤਦ ਤੱਕ ਲਈ ਚੰਗਾ।